ਸੱਤਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਵਿਦਿਆਰਥੀਓ, ਆਪਾਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 10 ਪੜ੍ਹਿਆ ਸੀ। ਇੱਕ ਰੁੱਖ ਦੀ ਆਤਮ ਕਥਾ, ਉਹਦਾ ਅਭਿਆਸ ਕਾਰਜ ਕੀਤਾ ਸੀ। ਪੰਨਾ ਨੰਬਰ 76 'ਤੇ ਇਹ ਪਾਠ ਸ਼ੁਰੂ ਹੁੰਦਾ ਹੈ। ਅਭਿਆਸ ਕਾਰਜ ਕਰਦਿਆਂ ਅਸੀਂ ਕਿਤਾਬ ਦਾ ਸਾਰਾ ਕੰਮ ਕੰਪਲੀਟ ਕਰ ਚੁੱਕੇ ਹਾਂ, ਜੋ ਪਾਠ ਪੁਸਤਕ ਨਾਲ ਸੰਬੰਧਿਤ ਹੈ ਅਤੇ ਵਿਆਕਰਨ ਨਾਲ ਸੰਬੰਧਿਤ ਹੈ। ਸੋ ਅੱਜ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਸੋ ਖੋਲ੍ਹੋ ਆਪਣੀਆਂ ਪੁਸਤਕਾਂ ਅਤੇ ਨਾਲ ਆਪਣੀਆਂ ਕਾਪੀਆਂ ਅਤੇ ਸ਼ੁਰੂ ਕਰੀਏ ਪ੍ਰਸ਼ਨ ਉੱਤਰ ਇੱਕ ਰੁੱਖ ਦੀ ਆਤਮ ਕਥਾ ਦੀ। ਮੈਂ ਪ੍ਰਸ਼ਨ ਦਾ ਅਤੇ ਉੱਤਰ ਦਾ ਉਚਾਰਨ ਕਰਾਂਗੀ ਅਤੇ ਤੁਸੀਂ ਉਸ ਉਚਾਰਨ ਨੂੰ ਧਿਆਨ ਨਾਲ ਸੁਣੋਗੇ ਅਤੇ ਆਪਣੀਆਂ ਕਾਪੀਆਂ ਦੇ ਉੱਪਰ ਲਿਖੋਗੇ। ਪਹਿਲਾ ਪ੍ਰਸ਼ਨ ਹੈ, ਇਸ ਕਹਾਣੀ ਦਾ ਆਰੰਭ ਕਦੋਂ ਤੇ ਕਿਵੇਂ ਹੁੰਦਾ ਹੈ? ਉੱਤਰ ਅਸੀਂ ਲਿਖਾਂਗੇ, ਇਸ ਕਹਾਣੀ ਦਾ ਆਰੰਭ ਅੰਬ ਦੇ ਇੱਕ ਛੋਟੇ ਜਿਹੇ ਬੂਟੇ ਤੋਂ ਹੁੰਦਾ ਹੈ, ਜੋ ਆਪਣੀ ਆਤਮ ਕਥਾ ਦੱਸਦਾ ਹੈ ਕਿਵੇਂ ਅਤੇ ਕਿਹੜੇ ਹਾਲਾਤਾਂ ਵਿੱਚੋਂ ਉਹ ਵੱਡਾ ਹੋਇਆ ਅਤੇ ਦਰਖਤ ਬਣਿਆ। ਇਸ ਕਹਾਣੀ ਦਾ ਆਰੰਭ ਇਸੇ ਤਰ੍ਹਾਂ ਹੁੰਦਾ ਹੈ। ਅਸੀਂ ਪੜ੍ਹਿਆ ਹੈ ਪਾਠ ਵਿੱਚ ਵੀ ਕਿ ਇੱਕ ਅੰਬ ਦੇ ਬੂਟੇ ਤੋਂ ਸ਼ੁਰੂ ਹੁੰਦੀ ਹੈ ਕਹਾਣੀ, ਜਿਹੜਾ ਆਪਣੀ ਸਵੈ ਜੀਵਨੀ, ਆਪਣੀ ਜੀਵਨ ਦੀ ਗਾਥਾ ਸਾਨੂੰ ਸੁਣਾ ਰਿਹਾ ਹੈ ਕਿ ਕਿਹੋ ਜਿਹੇ ਹਾਲਾਤ ਉਹਦੇ ਨਾਲ ਗੁਜ਼ਰੇ ਹਨ, ਕਿਵੇਂ ਕਿਵੇਂ ਦੇ ਹਾਲਾਤਾਂ ਦੇ ਵਿੱਚੋਂ ਦੀ ਉਹ ਲੰਘਿਆ ਹੈ ਅਤੇ ਇੱਕ ਦਰਖਤ ਬਣਿਆ। ਅਗਲਾ ਪ੍ਰਸ਼ਨ ਹੈ, ਅੰਬ ਦੀ ਲੱਕੜੀ ਦੀ ਵਰਤੋਂ ਫਰਨੀਚਰ ਬਣਾਉਣ ਲਈ ਕਿਉਂ ਨਹੀਂ ਕੀਤੀ ਜਾਂਦੀ? ਤਰਖਾਣ ਨੇ ਘਰ ਵਾਲਿਆਂ ਨੂੰ ਕੀ ਸਲਾਹ ਦਿੱਤੀ? ਉੱਤਰ ਲਿਖਾਂਗੇ, ਅੰਬ ਦੀ ਲੱਕੜੀ ਦੀ ਵਰਤੋਂ ਫਰਨੀਚਰ ਬਣਾਉਣ ਲਈ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਲੱਕੜ ਸਮਾਂ ਪਾ ਕੇ ਵਿੰਗੀ ਹੋ ਜਾਂਦੀ ਹੈ। ਤਰਖਾਣ ਨੇ ਘਰ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਅੰਬ ਦੀ ਲੱਕੜੀ ਨੂੰ ਬਾਲਣ ਦੇ ਭਾਅ ਵੇਚ ਦੇਣ। ਉਹਨੇ ਸਲਾਹ ਇਹ ਦਿੱਤੀ ਸੀਗੀ ਕਿ ਲੱਕੜੀ ਤੁਹਾਡੀ ਕਿਸੇ ਤਰ੍ਹਾਂ ਵੀ ਕੰਮ ਨਹੀਂ ਆਉਣੀ, ਤੁਸੀਂ ਕੋਈ ਵੀ ਚੀਜ਼ ਇਹਦੀ ਬਣਵਾ ਨਹੀਂ ਸਕਦੇ, ਸੋ ਇਹਨੂੰ ਬਾਲਣ ਦੇ ਰੂਪ ਵਿੱਚ ਹੀ ਵਰਤਿਆ ਜਾ ਸਕਦਾ ਹੈ, ਬਾਲਣੀ ਹੀ ਪਏਗੀ। ਸੋ ਇਹਨੂੰ ਬਾਲਣ ਦਾ ਜਿਹੜਾ ਭਾਅ ਚੱਲ ਰਿਹਾ ਹੈ, ਜਿਹੜਾ ਰੇਟ ਚੱਲ ਰਿਹਾ ਉਹਦੇ ਭਾਅ ਦੇ ਵਿੱਚ, ਉਸ ਰੇਟ ਦੇ ਹਿਸਾਬ ਨਾਲ ਇਹਨੂੰ ਤੁਸੀਂ ਵੇਚ ਦਿਓ। ਅਗਲਾ ਪ੍ਰਸ਼ਨ ਹੈ, ਅੰਬ ਨੂੰ ਕਟਵਾਉਣ ਦਾ ਫੈਸਲਾ ਕਿਉਂ ਕੀਤਾ ਗਿਆ? ਇਸ ਦੇ ਪਿੱਛੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ? ਹੁਣ ਸਾਨੂੰ ਪਤਾ ਹੈ ਕਿ ਲੜਾਈ ਹੋ ਗਈ ਸੀ, ਅੰਬ ਦਾ ਫਲ ਜਿਹੜਾ ਤੋੜਿਆ ਸੀ ਜਸਵੀਰ ਕੌਰ ਨੇ, ਉਹਦੇ ਕਰਕੇ ਸਾਰੀ ਲੜਾਈ ਸ਼ੁਰੂ ਹੋਈ ਸੀ। ਅਤੇ ਲੜਾਈ ਇੱਦਾਂ ਦੀ ਸ਼ੁਰੂ ਹੋਈ ਕਿ ਅਖੀਰ ਇਹਦਾ ਰਿਜ਼ਲਟ ਕੀ ਨਿਕਲਿਆ, ਸਿੱਟਾ ਕੀ ਨਿਕਲਿਆ ਕਿ ਅੰਬ ਦੇ ਰੁੱਖ ਨੂੰ ਪੂਰੇ ਦੇ ਪੂਰੇ ਨੂੰ ਹੀ ਕਟਵਾਉਣ ਦਾ ਫੈਸਲਾ ਹੋ ਗਿਆ ਸੀ। ਸੋ ਆਓ ਕਰਦੇ ਹਾਂ ਉੱਤਰ। ਜਸਵੀਰ ਕੌਰ ਨਾਲ ਹੋਈ ਲੜਾਈ ਕਾਰਨ ਅੰਬ ਦੇ ਰੁੱਖ ਦੇ ਫੈਲੇ ਹੋਏ ਹਿੱਸੇ ਨੂੰ ਕੱਟ ਦਿੱਤਾ ਗਿਆ। ਪਹਿਲਾਂ ਤਾਂ ਇਹੀ ਸਲਾਹ ਹੋਈ ਸੀ ਵੀ ਜਿਹੜਾ ਹਿੱਸਾ ਫੈਲਿਆ ਇੱਧਰ ਉੱਧਰ ਆਂਢ ਗੁਆਂਢ, ਉਹਨੂੰ ਕੱਟ ਦਿੱਤਾ ਜਾਏ। ਫਿਰ ਤਰਖਾਣ ਤੋਂ ਸਲਾਹ ਲੈ ਕੇ ਰੂਬੀ ਦੇ ਮੰਮੀ ਪਾਪਾ ਨੇ ਪੂਰਾ ਰੁੱਖ ਹੀ ਕਟਵਾਉਣ ਦਾ ਫੈਸਲਾ ਕਰ ਲਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਸ ਰੁੱਖ ਨੇ ਸਿਰਫ ਥਾਂ ਹੀ ਘੇਰਿਆ ਹੋਇਆ ਹੈ ਅਤੇ ਅੰਬ ਵੀ ਬਾਜ਼ਾਰੀ ਅੰਬਾਂ ਵਰਗੇ ਬਹੁਤੇ ਸਵਾਦ ਨਹੀਂ। ਹੁਣ ਇਹ ਉਹਨਾਂ ਦਾ ਫੈਸਲਾ ਸੀ। ਕਿਉਂ ਉਹਨਾਂ ਨੇ ਫੈਸਲਾ ਕੀਤਾ ਸੀ? ਕੀ ਕਾਰਨ ਸੀ ਕਿ ਜਿਹੜਾ ਉਹ ਮੰਨ ਗਏ ਸਨ ਵੀ ਆਪਾਂ ਇਹਨੂੰ ਰੁੱਖ ਨੂੰ ਪੂਰੇ ਨੂੰ ਕਟਵਾ ਦਿੰਦੇ ਹਾਂ? ਸਾਡੀ ਸੋਚ ਮੁਤਾਬਕ ਅਸੀਂ ਕੀ ਸੋਚਦੇ ਹਾਂ ਕਿ ਕੌਣ ਜ਼ਿੰਮੇਵਾਰ ਸੀ? ਸਾਡੇ ਮੁਤਾਬਕ ਇਸ ਨੂੰ ਕਟਵਾਉਣ ਦੇ ਜ਼ਿੰਮੇਵਾਰ ਰੂਬੀ ਦੇ ਮੰਮੀ ਪਾਪਾ ਹੀ ਸਨ। ਇਸ ਤਰੀਕੇ ਨਾਲ ਅਸੀਂ ਇਹਦਾ ਉੱਤਰ ਲਿਖਾਂਗੇ। ਅਗਲਾ ਪ੍ਰਸ਼ਨ ਹੈ, ਅੰਬ ਦਾ ਰੁੱਖ ਆਪਣੀ ਕਹਾਣੀ ਕਦੋਂ ਸੁਣਾਉਂਦਾ ਪ੍ਰਤੀਤ ਹੁੰਦਾ ਹੈ? ਕੀ ਉਸ ਨੂੰ ਕੱਟਣ ਦਾ ਫੈਸਲਾ ਸਹੀ ਸੀ? ਹੁਣ ਇੱਥੇ ਉੱਤਰ ਕੀ ਲਿਖਾਂਗੇ ਅਸੀਂ? ਪਾਠ ਦੇ ਆਰੰਭ ਵਿੱਚ ਹੀ ਅੰਬ ਦਾ ਰੁੱਖ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਹੈ ਕਿ ਕਿਵੇਂ ਉਹ ਬੀਜ ਬਣ ਕੇ ਫੁੱਟਿਆ, ਹੌਲੀ ਹੌਲੀ ਪਲਿਆ ਅਤੇ ਦੁੱਖ ਸੁੱਖ ਸਹਿੰਦਾ ਵੱਡਾ ਹੋ ਗਿਆ।
ਉਸ ਨੂੰ ਕੱਟਣ ਦਾ ਫੈਸਲਾ ਬਿਲਕੁਲ ਵੀ ਸਹੀ ਨਹੀਂ ਸੀ। ਬਿਲਕੁਲ ਵੀ ਸਹੀ ਨਹੀਂ ਹੁੰਦਾ ਕਿਸੇ ਰੁੱਖ ਨੂੰ ਕੱਟਣਾ। ਪਹਿਲਾਂ ਆਪਾਂ ਉਹਨੂੰ ਪਾਲੀਏ, ਵੱਡਾ ਹੋਵੇ, ਸਾਨੂੰ ਫਲ ਦੇਵੇ, ਛਾਂ ਦੇਵੇ, ਆਕਸੀਜਨ ਦੇਵੇ, ਇੰਨਾ ਕੁਝ ਉਹਦੇ ਕੋਲੋਂ ਅਸੀਂ ਪ੍ਰਾਪਤ ਕਰਦੇ ਹੋਈਏ ਅਤੇ ਜਦੋਂ ਸਾਡਾ ਸਵਾਰਥ ਪੂਰਾ ਹੋ ਜਾਏ ਅਸੀਂ ਉਹਨੂੰ ਕੱਟ ਦਈਏ, ਇਹ ਬਿਲਕੁਲ ਵੀ ਫੈਸਲਾ ਸਹੀ ਨਹੀਂ, ਸਰਾਸਰ ਗਲਤ ਫੈਸਲਾ ਹੈ। ਅਗਲਾ ਪ੍ਰਸ਼ਨ ਹੈ, ਕਹਾਣੀ ਦੇ ਅੰਤ ਵਿੱਚ ਕਿਹੜੀ ਗੱਲ ਦਰਖਤ ਨੂੰ ਪਰੇਸ਼ਾਨ ਕਰਦੀ ਹੈ? ਕਹਾਣੀ ਦੇ ਅੰਤ ਵਿੱਚ ਦਰਖਤ ਨੂੰ ਝੋਰਾ ਲੱਗਾ ਹੋਇਆ ਹੈ, ਚਿੰਤਾ। ਝੋਰਾ ਹੁੰਦਾ ਚਿੰਤਾ। ਕਹਾਣੀ ਦੇ ਅੰਤ ਵਿੱਚ ਦਰਖਤ ਨੂੰ ਝੋਰਾ ਲੱਗਾ ਹੋਇਆ ਹੈ ਕਿ ਇਹ ਰਾਤ ਉਸ ਦੀ ਜ਼ਿੰਦਗੀ ਦੀ ਆਖਰੀ ਰਾਤ ਹੈ। ਆਉਣ ਵਾਲੀ ਸਵੇਰ ਨੂੰ ਲੱਕੜ ਕੱਟਣ ਵਾਲੇ ਮਜ਼ਦੂਰ ਆਉਣਗੇ ਅਤੇ ਉਸ ਨੂੰ ਜੜ੍ਹੋਂ ਹੀ ਕੱਢ ਦੇਣਗੇ। ਆਪਣੀ ਜ਼ਿੰਦਗੀ ਦੀਆਂ ਆਖਰੀ ਘੜੀਆਂ ਨੂੰ ਗਿਣਦਾ ਹੋਇਆ ਰੁੱਖ ਚਿੰਤਾ ਕਰ ਰਿਹਾ ਹੈ। ਉਹਨੇ ਆਪਣੀ ਦੁੱਖ ਭਰੀ ਸਾਨੂੰ ਗਾਥਾ ਸੁਣਾਈ ਹੈ। ਦੁਖੀ ਹੈ ਵਿਚਾਰਾ, ਪਰੇਸ਼ਾਨ ਹੈ। ਉਹਨੂੰ ਲੱਗ ਰਿਹਾ ਕਿ ਹੁਣ ਅੱਜ ਦੀ ਰਾਤ ਹੈ ਜਿਹੜੀ ਉਹਦੀ ਜ਼ਿੰਦਗੀ ਦੀ ਆਖਰੀ ਰਾਤ ਹੈ, ਕਿਉਂਕਿ ਸਵੇਰੇ ਮਜ਼ਦੂਰਾਂ ਨੇ ਆਉਣਾ, ਉਹਨੂੰ ਕੱਟ ਦੇਣਾ, ਉਹਦਾ ਤਣਾ ਵੱਢ ਦੇਣਾ ਹੈ, ਫਿਰ ਦੁਬਾਰਾ ਉਹਦੀ ਹੋਂਦ ਨਹੀਂ ਬਣ ਸਕਣੀ, ਉਹਦਾ ਜੀਵਨ ਸਮਾਪਤ ਹੋ ਜਾਣਾ। ਸੋ ਇਸ ਗੱਲ ਦੀ ਉਸਨੂੰ ਚਿੰਤਾ ਲੱਗੀ ਹੋਈ ਹੈ। ਅਗਲਾ ਪ੍ਰਸ਼ਨ, ਰੁੱਖਾਂ ਦੇ ਸਾਨੂੰ ਕੀ ਲਾਭ ਹਨ? ਕਿਸੇ ਅਜਿਹੇ ਲਾਭ ਬਾਰੇ ਦੱਸੋ ਜਿਸ ਦਾ ਇਸ ਕਹਾਣੀ ਵਿੱਚ ਕੋਈ ਜ਼ਿਕਰ ਨਹੀਂ ਹੈ। ਰੁੱਖਾਂ ਦੇ ਸਾਨੂੰ ਬਹੁਤ ਸਾਰੇ ਲਾਭ ਹਨ। ਅੰਬ ਦੇ ਰੁੱਖ ਤੋਂ ਬਿਨਾਂ ਹੋਰ ਬਹੁਤ ਸਾਰੇ ਰੁੱਖ ਅਜਿਹੇ ਹਨ ਜੋ ਸਾਨੂੰ ਫਲ ਅਤੇ ਫੁੱਲ ਦਿੰਦੇ ਹਨ। ਇਸ ਤੋਂ ਬਿਨਾਂ ਸਾਨੂੰ ਜਿਉਂਦੇ ਰਹਿਣ ਲਈ ਹਵਾ, ਆਕਸੀਜਨ, ਹਵਾ ਕਿਹੜੀ? ਆਕਸੀਜਨ ਪ੍ਰਦਾਨ ਕਰਦੇ ਹਨ। ਸਾਰੇ ਹੀ ਰੁੱਖ ਨੇ ਜਿਹੜੇ ਉਹ ਸਾਨੂੰ ਹਵਾ ਦਿੰਦੇ ਨੇ, ਕਿਹੜੀ? ਜਿਉਂਦੇ ਰਹਿਣ ਵਾਸਤੇ ਜਿਹੜੀ ਜ਼ਰੂਰੀ ਹੈ, ਆਕਸੀਜਨ। ਨਿੰਮ ਦੇ ਰੁੱਖ ਤੋਂ ਵੀ ਕਈ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਹਨ। ਟਾਹਲੀ ਅਤੇ ਸਾਗਵਾਨ ਦੀ ਲੱਕੜ ਫਰਨੀਚਰ ਲਈ ਚੰਗੀ ਮੰਨੀ ਜਾਂਦੀ ਹੈ। ਇਸ ਤੋਂ ਬਿਨਾਂ ਰੁੱਖ ਹੋਰ ਵੀ ਬਹੁਤ ਸਾਰੇ ਕੰਮਾਂ ਵਿੱਚ ਸਾਡੇ ਮਦਦਗਾਰ ਬਣਦੇ ਹਨ। ਕਈ ਰੁੱਖਾਂ ਤੋਂ ਗੂੰਦ ਅਤੇ ਰਬੜ ਬਣਦੀ ਹੈ। ਕਈਆਂ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਹੈ। ਕਈ ਰੁੱਖਾਂ ਦੇ ਪੱਤੇ ਖਾਣਾ ਪਰੋਸਣ ਦੇ ਕੰਮ ਆਉਂਦੇ ਹਨ। ਗੱਲ ਕੀ ਰੁੱਖ ਵਿਅਕਤੀ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਦਿੰਦੇ ਹਨ। ਰੁੱਖਾਂ ਤੋਂ ਬਿਨਾਂ ਮਨੁੱਖ ਅਧੂਰਾ ਹੈ। ਰੁੱਖ ਤੋਂ ਬਿਨਾਂ ਮਨੁੱਖ ਦੀ ਕੋਈ ਹੋਂਦ ਨਹੀਂ, ਇਹ ਸਾਨੂੰ ਪਤਾ ਹੈ। ਪਰ ਫਿਰ ਵੀ ਵਿਅਕਤੀ ਸਵਾਰਥੀ ਹੋ ਜਾਂਦਾ ਹੈ। ਮਨੁੱਖ ਹੈ ਜਿਹੜਾ ਸਵਾਰਥ ਨਾਲ ਭਰਿਆ ਹੈ। ਆਪਣਾ ਸਵਾਰਥ ਵੇਖਣ ਲਈ, ਆਪਣੇ ਸਵਾਰਥ ਦੀ ਪੂਰਤੀ ਕਰਨ ਲਈ ਉਹ ਰੁੱਖਾਂ ਦਾ ਲਗਾਤਾਰ ਘਾਣ ਕਰ ਰਿਹਾ ਹੈ, ਕੱਟ ਰਿਹਾ ਹੈ ਅਤੇ ਆਪਣੇ ਫਾਇਦੇ ਨੂੰ ਸੋਚ ਰਿਹਾ ਹੈ, ਜਦੋਂ ਕਿ ਉਸਨੂੰ ਇਸ ਚੀਜ਼ ਦੀ ਖਬਰ ਨਹੀਂ ਕਿ ਜੇ ਰੁੱਖ ਨਹੀਂ ਤਾਂ ਫਿਰ ਮਨੁੱਖ ਵੀ ਨਹੀਂ। ਰੁੱਖਾਂ ਦੇ ਕਰਕੇ ਹੀ ਉਹਦੀ ਹੋਂਦ ਹੈ। ਸੋ ਸਾਨੂੰ ਇਸ ਪਾਠ ਤੋਂ ਇਹ ਸਿੱਖਿਆ ਵੀ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ, ਰੁੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ, ਕਿਉਂਕਿ ਆਕਸੀਜਨ ਸਿਰਫ ਅਤੇ ਸਿਰਫ ਸਾਨੂੰ ਇਹਨਾਂ ਤੋਂ ਹੀ ਪ੍ਰਾਪਤ ਹੋਣੀ ਹੈ। ਦੂਸਰਾ ਕੋਈ ਵੀ ਅਜਿਹਾ ਰੂਪ ਨਹੀਂ ਕੁਦਰਤ ਵਿੱਚ, ਇਹਨਾਂ ਦਾ ਕੋਈ ਬਦਲ ਨਹੀਂ ਜਿਹਦੇ ਤੋਂ ਸਾਨੂੰ ਸਾਹ ਲੈਣ ਜੋਗੀ ਹਵਾ ਮਿਲ ਸਕੇ। ਸੋ ਆਪਾਂ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਉਹਨਾਂ ਦੀ ਦੇਖਭਾਲ ਕਰੀਏ ਅਤੇ ਕੱਟੀਏ ਨਾ ਉਹਨਾਂ ਨੂੰ। ਇਹ ਆਪਣਾ ਪਾਠ ਅੱਜ ਸੰਪੂਰਨ ਹੋ ਗਿਆ ਹੈ। ਆਸ ਕਰਦੀ ਹਾਂ ਤੁਹਾਨੂੰ ਪਾਠ ਵੀ ਪੜ੍ਹ ਕੇ ਚੰਗਾ ਲੱਗਾ ਹੋਵੇਗਾ, ਅਭਿਆਸ ਕਾਰਜ ਵੀ ਤੁਸੀਂ ਪੂਰਾ ਕੀਤਾ ਹੋਵੇਗਾ ਔਰ ਪ੍ਰਸ਼ਨ ਉੱਤਰ ਵੀ ਤੁਸੀਂ ਅੱਜ ਕੰਪਲੀਟ ਕਰ ਲਓਗੇ, ਪੂਰੇ ਕਰ ਲਓਗੇ। ਕੱਲ੍ਹ ਨੂੰ ਫਿਰ ਮਿਲਦੇ ਹਾਂ। ਧੰਨਵਾਦ।